ਗੁਰਬਖਸ਼ ਸਿੰਘ ਭੰਡਾਲ ਦੀ ਪੁਸਤਕ ਕੱਚੇ ਪੱਕੇ ਰਾਹ ਵਿੱਚੋਂ ਰਚਨਾ ਬਾਪ ਬਿਨਾ ਪੁੱਤ ਕਿਹਨੇ ਕਹਿਣਾ ਤਾ। ਅਗਲਾ ਭਾਗ 2। ਮਨ ਵਿੱਚ ਵਿਚਾਰਾਂ ਦੀ ਉਥਲ ਪੁਥਲ, ਆਸ ਤੇ ਟੁੱਟਣ ਦੀ ਚੀਸ ਦੀਦਿਆਂ ਵਿੱਚ ਵਹਿ ਤੁਰੀ। ਬਾਪ ਦੇ ਤੁਰ ਜਾਣ ਤੋਂ ਬਾਅਦ ਉਸ ਦੀਆਂ ਆਖਰੀ ਰਸਮਾਂ ਨੂੰ ਨਿਭਾਉਣ ਦੀ ਵਾਰੀ। ਰਸਮਾਂ ਜੋ ਤੁਰ ਗਿਆ ਨੂੰ ਅਰਪਿਤ ਹੁੰਦੀਆਂ, ਉਹਨਾਂ ਦੇ ਪੰਜ ਭੂਤਕ ਸਰੀਰ ਨੂੰ ਪੂਰਨ ਸ਼ਰਧਾ, ਸਮਰਪਿਤਾ, ਅਦਬ ਅਤੇ ਆਦਾਬ ਨਾਲ ਰੁਖਸਤ ਕਰਨਾ। ਬਾਪ ਸਾਰੀ ਉਮਰ ਪਿੰਡ ਹੀ ਰਿਹਾ, ਇਸ ਲਈ ਬਾਪ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਜਾਣ ਅਤੇ ਉੱਥੇ ਹੀ ਸੰਸਕਾਰ ਕਰਨ ਦਾ ਫੈਸਲਾ ਹੁੰਦਾ ਹੈ। ਬਾਪ ਦੇ ਮ੍ਰਿਤਕ ਸਰੀਰ ਨੂੰ ਫਿਨਲ ਵੈਨ ਵਿੱਚ ਪਿੰਡ ਨੂੰ ਲਿਜਾਂਦਿਆਂ ਸੋਚਦਾ ਰਿਹਾ ਕਿ ਜਦ ਬਾਪ ਬਿਮਾਰ ਹੋ ਕੇ ਸ਼ਹਿਰ ਆਇਆ ਸੀ ਤਾਂ ਕਦੇ ਕਿਆਸ ਵੀ ਨਹੀਂ ਸੀ ਕਿ ਉਹ ਲੂਥ ਬਣ ਕੇ ਉਸ ਪਿੰਡ ਨੂੰ ਵਾਪਸ ਪਰਤੇਗਾ ਜਿਸ ਦੀਆਂ ਰਾਹਾਂ ਦਾ ਚੱਪਾ ਚੱਪਾ ਉਸਨੇ ਪੈਦਲ ਗਾਇਆ ਸੀ ਤੇ ਸਾਈਕਲ 'ਤੇ ਜਾਂਦਿਆਂ ਇਹ ਰਾਹਾਂ ਉਸਨੂੰ ਖੂਬ ਪਛਾਣਦੀਆਂ ਸਨ। ਹਰ ਦੁੱਖ, ਦਰਦ ਅਤੇ ਚੀਸ ਨੂੰ ਪਿੰਡੇ 'ਤੇ ਸਹਿਣ ਵਾਲਾ ਬਾਪ ਹੁਣ ਖਾਮੋਸ਼ ਉਸ ਜੂ ਵਿੱਚ ਆ ਪਹੁੰਚਿਆ ਜਿੱਥੇ ਬਚਪਨੇ ਤੋਂ ਲੈ ਕੇ ਹੁਣ ਤੱਕ ਜੀਵਨ ਦੇ ਹਰ ਰੰਗ ਨੂੰ ਬਹੁਤ ਹੀ ਭਰਪੂਰਤਾ ਨਾਲ ਜੀਵਿਆ। ਪਿੰਡ ਦੇ ਸੋਗਵਾਰ ਮਾਹੌਲ ਵਿੱਚ ਖੁਦ ਨੂੰ ਸੰਭਾਲਣਾ ਬਹੁਤ ਔਖਾ ਹੁੰਦਾ ਜਦ ਬਾਪ ਦੇ ਕਰੀਬੀ ਤੇ ਭਾਈਚਾਰੇ ਦੇ ਲੋਕ ਉਸ ਦੇ ਜੀਵਨ ਨਾਲ ਜੁੜੀਆਂ ਗੱਲਾਂ ਨੂੰ ਸਾਂਝਾ ਕਰਦੇ ਨੇ। ਗੱਲਾਂ ਸੁਣ ਕੇ ਉਹਨਾਂ ਦੀ ਜੀਵਨ ਭਰਪੂਰਤਾ ਅਤੇ ਇਮਾਨਦਾਰ ਜ਼ਿੰਦਗੀ 'ਤੇ ਬਹੁਤ ਰਸ਼ਕ ਆਉਂਦਾ। ਉਹਨਾਂ ਦਾ ਸਾਥੀ ਦੱਸਦਾ ਹੈ ਕਿ ਕੇਰਾਂ ਹਲਵਿਆਂ ਦਾ ਲੱਦਿਆ ਗੱਡਾ ਲੈ ਕੇ ਜਲੰਧਰ ਜਾਂਦਿਆਂ ਮੰਡਾਂ ਕੋਲ ਜਾ ਕੇ ਇੱਕ ਬਲਦ ਹੰਭ ਗਿਆ। ਤੇਰੇ ਪਾਪੇ ਨੇ ਗੱਡੇ ਦਾ ਜੂਲਾ ਆਪਣੇ ਮੋਢੇ 'ਤੇ ਰੱਖ ਲਿਆ ਤੇ ਗੱਡੇ ਨੂੰ ਜਲੰਧਰ ਤੀਕ ਲੈ ਗਿਆ। ਇਹ ਸੀ ਉਹਨਾਂ ਦੇ ਜਿਸਮਾਨੀ ਤਾਕਤ ਦੇ ਅਨੇਕਾਂ ਅਚੰਭਿਆਂ ਵਿੱਚੋਂ ਇੱਕ ਅਚੰਭਾ ਜਿਸ ਦੇ ਸਾਥੀ ਹੁਣ ਵੀ ਮਾਣ ਨਾਲ ਦੱਸਦੇ ਨੇ। ਕੁਇੰਟਲ ਦੀ ਕਣਕ ਦੀ ਬੋਰੀ ਖੁਦ ਪਿੱਠ 'ਤੇ ਰੱਖ ਕੇ ਚਬਾਰੇ ਤੋਂ ਲੱਕੜ ਦੀ ਪੌੜੀ ਰਾਹੀਂ ਉਤਰਨਾ ਤੇ ਪਿੰਡੋਂ ਬਾਹਰ-ਬਾਹਰ ਗੱਡੇ 'ਤੇ ਲੱਦਣਾ ਤਾਂ ਉਹਨਾਂ ਦਾ ਨਿੱਤ ਦਾ ਕਾਰਜ ਸੀ, ਕਿਉਂਕਿ ਉਹ ਗੱਡਾ ਵੀ ਵਾਹੁੰਦੇ ਸਨ। ਬਾਪ ਦੇ ਮ੍ਰਿਤਕ ਸਰੀਰ ਨੂੰ ਨਹਾਉਂਦਿਆਂ ਸੋਚਦਾ ਹਾਂ ਕਿ ਕਿੰਨਾ ਔਖਾ ਹੁੰਦਾ ਆਪਣੇ ਬਾਪ ਨੂੰ ਆਖਰੀ ਸਫ਼ਰ ਦੀ ਤਿਆਰ ਕਰਨਾ। ਉਸ ਦੇ ਸਿਰ 'ਤੇ ਦਸਤਾਰ ਬੰਨ੍ਹਣੀ, ਅਰਥੀ ਨੂੰ ਫੁੱਲਾਂ ਨਾਲ ਸਜਾਉਣਾ, ਅਰਥੀ ਨੂੰ ਮੋਢਿਆਂ 'ਤੇ ਧਰਨਾ ਤੇ ਸਿਵਿਆਂ ਬੰਨੀ ਛਿੜਕਦੇ ਕਦਮਾਂ ਨਾਲ ਤੁਰਨਾ। ਬਾਪ ਦੀ ਕਨਹੇੜੀ ਚੜ੍ਹਨ ਵਾਲੇ ਬੱਚਿਆਂ ਦੇ ਮੋਢਿਆਂ 'ਤੇ ਬਾਪ ਦੀ ਅਰਥੀ ਦਾ ਭਾਰ ਬਹੁਤ ਜ਼ਿਆਦਾ ਹੁੰਦਾ। ਸਿਵਿਆਂ ਵਿੱਚ ਅਰਥੀ ਪਈ ਹੈ, ਲੱਕੜਾਂ ਚਿਣੀਆਂ ਜਾ ਰਹੀਆਂ ਨੇ, ਸਿਵਾ ਤਿਆਰ ਹੈ, ਹੁਣ ਵਾਰੀ ਅੱਗ ਦੇਣ ਦੀ ਹੈ। ਜੀਵਨ ਵਿੱਚ ਸਭ ਤੋਂ ਔਖਾ ਕੰਮ ਪਰ ਕਰਨਾ ਵੀ ਜ਼ਰੂਰ ਪੈਣਾ। ਜੇਠਾ ਪੁੱਤ ਜੋ ਹੋਇਆ, ਆਪਣਿਆਂ ਵੱਲੋਂ ਆਪਣਿਆਂ ਦੇ ਸਿਵੇ ਨੂੰ ਲਾਂਬੂ ਲਾਉਣਾ, ਆਪਣੇ ਬਾਪ ਨੂੰ ਅਗਨੀ ਹਵਾਲੇ ਕਰਨਾ ਬਹੁਤ ਹੀ ਔਖਾ। ਇਸ ਅੱਗ ਵਿੱਚ ਬਾਪ ਦੇ ਸਰੀਰ ਦੇ ਨਾਲ ਨਾਲ ਬਹੁਤ ਕੁਝ ਹੋਰ ਵੀ ਸੜ ਜਾਂਦਾ ਹੈ। ਸੇਵਾ ਬਲ ਰਿਹਾ ਹੈ, ਉੱਚੀਆਂ ਉੱਠਦੀਆਂ ਲਪਟਾਂ ਵਿੱਚ ਰਾਖ ਹੋ ਰਿਹਾ ਹੈ। ਬਾਪ ਦਾ ਪੰਜ ਭੂਤਕ ਸਰੀਰ ਗਮਗੀਨ ਚੁੱਪ ਵਿੱਚ ਬਲਦੇ ਸਿਵੇ ਦੀ ਅੱਗ ਹੀ ਕੁਝ ਅਜਿਹਾ ਸਮਝਾਉਂਦੀ ਜੋ ਸਮਿਆਂ ਦਾ ਸੱਚ ਹੁੰਦਾ। ਇਹ ਅੱਗ ਇਸ ਸੱਚ ਨੂੰ ਸੁਣਾਉਣ ਤੇ ਸਮਝਾਉਣ ਦੀ ਆਦੀ। ਇਸ ਦੇ ਚੁਗਿਰਦੇ ਵਿੱਚ ਲੇਰਾਂ, ਆਹਾਂ, ਵਿਰਲਾਪਾਂ ਤੇ ਕੀਰਨਿਆਂ ਦਾ ਸ਼ੋਰ। ਸਿਵਿਆਂ ਦੇ ਰੁੱਖਾਂ ਦੀ ਛਾਂ ਨੂੰ ਸਰਾਪੀ ਹੋਣ ਦਾ ਕਿਹਾ ਵਰਕੇ ਭਲੇ ਵੇਲੇ ਵਿੱਚ ਇਸ ਦੀ ਛਾਵੇਂ ਕੋਈ ਨਹੀਂ ਪੈਂਦਾ, ਪਰ ਸ਼ਮਸ਼ਾਨ ਘਾਟ ਇੱਕ ਅਜਿਹਾ ਸਥਾਨ ਜਿਹੜਾ ਸਮਿਆਂ ਦਾ ਸਦੀਮੀ ਸੱਚ ਜਿਸ ਤੋਂ ਕੋਈ ਨਹੀਂ ਮੁਨਕਰ। ਇਸ ਸਰਦਲ 'ਤੇ ਹਰੇਕ ਨੇ ਆਉਣਾ, ਰਾਖ ਬਣ ਕੇ ਸਮਾਉਣਾ ਅਤੇ ਰਾਖ ਨੇ ਫਿਰ ਨਵੀਂ ਜੀਵਨ ਯਾਤਰਾ ਦੇ ਰਾਹੀਂ ਪੈਣਾ। ਜੇ ਬਲਦੇ ਸਿਵੇ ਦਾ ਸੱਚ, ਸੰਜੀਦਗੀ, ਸੰਵੇਦਨਾ ਤੇ ਸਕਾਰਾਤਮਿਕਤਾ ਹਰ ਮਨੁੱਖ ਦੀ ਸੋਚ ਵਿੱਚ ਉਕਰੀ ਜਾਵੇ ਤਾਂ ਦੁਨੀਆ ਦੇ ਬਹੁਤ ਝਮੇਲੇ, ਰਫੜ ਅਤੇ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣ। ਦਰਅਸਲ ਅਸੀਂ ਸਾਰੇ ਉਸ ਸੱਚ ਤੋਂ ਮੁਨਕਰ ਹੁੰਦੇ ਹਾਂ ਜੋ ਸਾਡੀਆਂ ਅੱਖਾਂ ਸਾਹਮਣੇ ਵਾਪਰਦਾ ਹੈ, ਪਰ ਅਸੀਂ ਇਸ ਸੱਚ ਨੂੰ ਮੰਨਣ ਤੋਂ ਅੱਕ ਸਾਡੇ ਮਨਾਂ ਵਿੱਚ ਚਿਰਨਜੀਵ ਜਿਉਂਦੇ ਰਹਿਣ ਦਾ ਭਰਮ। ਜਿੰਨੀ ਜਲਦੀ ਅਸੀਂ ਇਸ ਸੱਚ ਨੂੰ ਜਿਉਣ ਦੀ ਆਦਤ ਪਾਵਾਂਗੇ, ਉਨੀ ਜਲਦੀ ਅਸੀਂ ਜੀਵਨ ਦੀ ਸਾਰਥਕਤਾ ਦੇ ਹਮਰਾਹੀ ਬਣਾਂਗੇ। ਪਰ ਬਹੁਤ ਔਖਾ ਹੁੰਦਾ ਹੈ ਸੋਗ ਨੂੰ ਝੋਲੀ ਵਿੱਚ ਪਾ ਕੇ ਸ਼ਮਸ਼ਾਨ ਘਾਟ ਤੋਂ ਖਾਲੀ ਹੱਥ ਘਰ ਨੂੰ ਪਰਤਣਾ। ਯਾਦਾਂ ਦਾ ਕਾਫਲਾ ਹੀ ਕੋਲ ਰਹਿੰਦਾ ਹੈ ਜਾਂ ਖਾਰੇ ਪਾਣੀਆਂ ਦੀ ਤਾਸੀਰ ਦੀਦਿਆਂ ਨੂੰ ਗਲਦੀ ਹੈ। ਫੁੱਲ ਚੁਗਣ ਲਈ ਤੀਸਰੇ ਦਿਨ ਸ਼ਮਸ਼ਾਨ ਘਾਟ ਜਾਂਦੇ ਹਾਂ। ਸਿਵਾ ਠੰਡਾ ਹੈ, ਸਿਰਫ ਰਾਖ ਨਜ਼ਰ ਆਉਂਦੀ ਹੈ, ਕਿਧਰੇ ਨਹੀਂ ਝੋਲਾ ਪੈਂਦਾ ਉਸ ਦੇ ਨਿੱਗਰ ਸਰੀਰ ਦਾ।
ਰਾਖ ਨੂੰ ਫਰੋਲਦਿਆਂ ਕੁਝ ਹੱਡੀਆਂ ਮਿਲਦੀਆਂ ਨੇ, ਉਹਨਾਂ ਦੀ ਆਖਰੀ ਨਿਸ਼ਾਨੀ। ਅਰੋਗ ਸਰੀਰ ਦੀਆਂ ਅਰੋਗ ਹੱਡੀਆਂ ਨੂੰ ਧੋਂਦਿਆਂ ਸੋਚਦਾ ਹਾਂ ਕਿ ਇਹਨਾਂ ਨੂੰ ਆਪਣੇ ਖੇਤਾਂ ਵਿੱਚ ਪਾਉਣਾ ਚਾਹੀਦਾ ਹੈ, ਖੇਤ ਜਿਨ੍ਹਾਂ ਵਿੱਚ ਬਾਪ ਨੇ ਆਪਣਾ ਪਸੀਨਾ ਵਹਾਇਆ ਸੀ। ਇਹ ਰਾਖ ਉਹਨਾਂ ਫਸਲਾਂ ਨੂੰ ਪਾਵਾਂ ਜਿਹੜੀਆਂ ਬਾਪ ਦੇ ਹੱਥੀਂ ਉਗਦੀਆਂ ਭੜੋਲੇ ਭਰਦੀਆਂ ਰਹੀਆਂ, ਪਰ ਸਮਾਜਿਕ ਮਰਿਆਦਾ ਵਿੱਚ ਬੱਧਾ ਬਾਪ ਦੀਆਂ ਅਸਥੀਆਂ ਨੂੰ ਬਿਆਸ ਦਰਿਆ ਦੇ ਸਪੁਰਦ ਕਰ ਬਾਪ ਨੂੰ ਆਖਰੀ ਅਲਵਿਦਾ ਕਹਿੰਦਾ ਹਾਂ। ਬਾਪ ਨੂੰ ਅਗੰਮੀ ਤੇ ਅਨੰਤ ਸਫ਼ਰ ਤੇ ਤੋਰਦਾ, ਉਸ ਦੀਆਂ ਕੀਰਤੀਆਂ ਨੂੰ ਮਨ ਮਸਤਕ ਤੇ ਉਕਰ ਲੈਂਦਾ ਹਾਂ, ਜਿਸ ਦੀਆਂ ਯਾਦਾਂ ਦੀ ਸਦੀਵੀ ਨਿਸ਼ਾਨਦੇਹੀ ਕਰਨੀ ਹੈ। ਸਿਰਫ ਹੁਣ ਰਹਿ ਗਈ ਹੈ ਉਸ ਦੀ ਖੂੰਡੀ, ਜਿਹੜੀ ਉਸ ਦਾ ਸਹਾਰਾ ਹੁੰਦੀ ਸੀ, ਜਾਂ ਸਾਈਕਲ, ਜਿਸ ਕਰਕੇ ਮੇਰੇ ਮਾਮਿਆਂ ਦੇ ਬੱਚੇ ਉਹਨਾਂ ਨੂੰ ਫਲਾਇੰਗ ਫੁੱਫੜ ਕਹਿੰਦੇ ਸਨ। ਬੇਟੀ ਦਾ ਕਹਿਣਾ ਹੈ ਕਿ ਬਾਪ ਦੀ ਹਰ ਚੀਜ਼ ਨੂੰ ਜ਼ਰੂਰ ਸੰਭਾਲਣਾ, ਕਿਉਂਕਿ ਉਹਨਾਂ ਦੀਆਂ ਨਿਸ਼ਾਨੀਆਂ ਬਾਪ ਦੀ ਹਾਜ਼ਰੀ ਦਾ ਅਹਿਸਾਸ ਕਰਵਾਉਂਦੀਆਂ ਰਹਿਣਗੀਆਂ। ਸਮਾਜਿਕ ਰਸਮਾਂ ਦੀ ਆਖਰੀ ਰਸਮ ਸੀ ਅਖੰਡ ਪਾਠ ਦਾ ਭੋਗ ਤੇ ਅੰਤਮ ਅਰਦਾਸ। ਸੋਗਵਾਰ ਮਾਹੌਲ ਵਿੱਚ ਰਿਸ਼ਤੇਦਾਰਾਂ, ਸਾਕ ਸੰਬੰਧੀਆਂ ਤੇ ਦੋਸਤਾਂ ਮਿੱਤਰਾਂ ਦੀ ਹਾਜ਼ਰੀ ਵਿੱਚ ਬਾਪ ਦੇ ਜਾਣ ਦਾ ਦਰਦ ਕੁਝ ਕੱਢਿਆ। ਮਨ ਵਿੱਚ ਇੱਕ ਸੰਤੁਸ਼ਟੀ ਧਰ ਗਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਭਰਪੂਰਤਾ ਤੇ ਅਰੋਗਤਾ ਨਾਲ ਜੀਵਿਆ। ਸਿਰਫ 18 ਦਿਨ ਕੋਮਾ ਵਿੱਚ ਰਹਿਣ ਤੋਂ ਬਾਅਦ ਉਹ ਸਵਾਸਾਂ ਦੀ ਪੂੰਜੀ ਸਮੇਟ ਗਏ। ਸਹਿਜ ਭਰਪੂਰ ਜੀਵਨ ਵਰਤਾਰਾ ਉਹਨਾਂ ਦਾ ਮੂਲ ਮੰਤਰ ਸੀ। ਇਹ ਮੰਤਰ ਹੀ ਉਹਨਾਂ ਦੀ ਲੰਮੇਰੀ ਉਮਰ ਦਾ ਰਾਜ਼ ਸੀ। ਸਭ ਤੋਂ ਮਹੱਤਵਪੂਰਨ ਸੀ ਪਗੜੀ ਦੀ ਰਸਮ, ਜਿਹਨੇ ਮੈਨੂੰ ਬਾਪ ਵਾਲੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਬਾਪ ਦੇ ਨਾਮ ਨੂੰ ਚਾਰ ਚੰਨ ਲਾਉਣ ਲਈ ਮਾਨਸਿਕ ਪਕਿਆਈ ਬਖਸ਼ੀ। ਕਦੇ ਨਹੀਂ ਸੀ ਸੋਚਿਆ ਅਜਿਹਾ ਮੌਕਾ ਇੰਨੀ ਜਲਦੀ ਆਵੇਗਾ, ਪਰ ਸਮਾਜਿਕ ਸੱਚਾਈ ਸੰਗ ਜਿਉਣਾ ਵੀ ਸੱਚ ਸੀ। ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਜਦ ਸ਼ਹਿਰ ਨੂੰ ਵਾਪਸ ਮੁੜਨ ਦਾ ਖਿਆਲ ਆਇਆ ਤਾਂ ਸੋਚਿਆ ਕਿ ਬਾਪ ਦੇ ਜਾਣ ਨਾਲ ਬਹੁਤ ਕੁਝ ਖੁੱਸ ਜਾਂਦਾ ਹੈ। ਕਿਸੇ ਨੇ ਨਹੀਂ ਰੋਬ ਨਾਲ ਆਵਾਜ਼ ਮਾਰਨੀ, ਝਿੜਕਣਾ, ਮੇਰੀ ਉਡੀਕ ਕਰਨੀ, ਨਾ ਹੀ ਕਿਸੇ ਨੇ ਚਾਅ ਨਾਲ ਪੁੱਤ ਨੂੰ ਨਿਹਾਰਨਾ, ਦਾਈਏ ਨਾ ਹੁਕਮ ਕਰਨਾ। ਹੁਣ ਕੌਣ ਕਹੇਗਾ ਪਿੰਡ ਆਉਣ ਨੂੰ? ਕਿਹੜੀ ਖਿੱਚ ਰਹਿ ਗਈ ਹੈ ਪਿੰਡ ਜਾਣ ਦੀ? ਪਿੰਡ ਤਾਂ ਮਾਪਿਆਂ ਨਾਲ ਹੁੰਦਾ। ਜਦ ਮਾਪੇ ਤੁਰ ਜਾਣ ਤਾਂ ਘਰਾਂ ਨੂੰ ਬੇਗਾਨੇ ਹੋਣ ਲੱਗਿਆ ਦੇਰ ਨਹੀਂ ਲੱਗਦੀ। ਖੇਤਾਂ ਵਿੱਚ ਪੈ ਜਾਂਦੀਆਂ ਨੇ ਵੱਟਾਂ, ਘਰਾਂ ਵਿੱਚ ਉਗਾਉਂਦੀਆਂ ਨੇ ਕੰਧਾਂ, ਦਰਾਂ ਨੂੰ ਲੱਗ ਜਾਂਦੇ ਨੇ ਜਿੰਦਰੇ, ਰਿਸ਼ਤਿਆਂ ਵਿੱਚ ਪਨਪਦਾ ਮੁਫਾਦ, ਸਿਰਫ ਲੋੜਾਂ 'ਤੇ ਆਧਾਰਿਤ ਹੋ ਜਾਂਦੇ ਨੇ ਸੰਬੰਧ, ਲੈਣ ਦੇਣ ਤੀਕ ਸੀਮਤ ਹੋ ਜਾਂਦੀਆਂ ਨੇ ਰਿਸ਼ਤੇਦਾਰੀਆਂ। ਸਿਰਫ ਮਾਪਿਆਂ ਦਾ ਰਿਸ਼ਤਾ ਹੀ ਬਿਨਾਂ ਲਾਲਚ, ਮੁਫਾਦ ਜਾਂ ਨਿੱਜਤਾ 'ਤੇ ਆਧਾਰਿਤ ਨਹੀਂ। ਮਾਪੇ ਹੀ ਆਪਣੇ ਬੱਚਿਆਂ ਦੀਆਂ ਦੁਆਵਾਂ ਮੰਗਦੇ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ, ਬੱਚਿਆਂ ਦੀ ਸੁਪਨ ਪੂਰਤੀ ਤੇ ਕੁਦਰਤ ਦੇ ਸ਼ੁਕਰਗੁਜ਼ਾਰ ਹੁੰਦੇ। ਬਾਪ ਇੱਕ ਰਿਸ਼ਤਾ ਹੀ ਨਹੀਂ ਹੁੰਦਾ, ਇਹ ਰਿਸ਼ਤਿਆਂ ਦੀ ਧਰਾਤਲ ਅਤੇ ਬਹੁਤ ਕੁਝ ਹੋਰ ਵੀ ਹੁੰਦਾ, ਜਿਸ ਦਾ ਅਹਿਸਾਸ ਉਹਨਾਂ ਦੇ ਜਾਣ ਤੋਂ ਬਾਅਦ ਹੁੰਦਾ ਹੈ। ਇੱਕ ਅਖਲਾਕ ਜੋ ਕਦੇ ਨਹੀਂ ਭਰਦਾ, ਇੱਕ ਆਸਰਾ ਜਿਸ ਦੀ ਅਣਹੋਂਦ ਵਿੱਚ ਲੂਹਾਂ ਲੂੰਦੀਆਂ, ਧੁੱਪਾਂ ਸਾੜਦੀਆਂ ਤੇ ਪੀੜ ਪਰਾਗੇ ਵਿੱਚ ਨਿਸ ਦਿਨ ਵਾਧਾ। ਉਹਨਾਂ ਦੀ ਰਹਿਮਤ ਵਿੱਚ ਜੀਵਨ ਦੀ ਔੜ ਵੀ ਬਰਸਾਤਾਂ ਵਰਗੀ। ਉਹਨਾਂ ਦੀਆਂ ਬਰਕਤਾਂ ਦਾ ਨੂਰ ਹੀ ਹੈ ਜੋ ਸਾਡੇ ਜੀਵਨ 'ਤੇ ਬਰਸਦਾ ਹੈ, ਨਿਆਮਤਾਂ ਦੀ ਬਖਸ਼ਿਸ਼ ਕਰਦਾ ਹੈ। ਬਾਪ ਤੋਂ ਬਗੈਰ ਤਾਂ ਹੋਂਦ ਹੀ ਅਸੰਭਵ। ਉਸ ਦੀ ਬਦੌਲਤ ਹੀ ਸੁਪਨਿਆਂ ਦਾ ਸੱਚ ਸਗਮਾ ਹਾਸਲ ਬਣਦਾ। ਕਦੇ ਮੈਂ ਬਾਪ ਨੂੰ ਚਿਤਵਦਿਆਂ ਲਿਖਿਆ ਸੀ, ਬਾਪ ਦੇ ਰਟਨ ਤੇ ਬਿਆਈਆਂ ਯਾਦ ਕਰੋ, ਟੱਕਰੇ ਦੁੱਖ ਤਾਂ ਮਾਪਿਆਂ ਨੂੰ ਫਰਿਆਦ ਕਰੋ, ਪਛਾਣ ਲਈ ਪਿੰਡ ਤੇ ਮਾਪੇ ਪਹਿਲਾਂ ਆਉਂਦੇ ਨੇ, ਤੁਸੀਂ ਕੌਣ ਤੇ ਕੀ ਹੋ ਇਸ ਨੂੰ ਬਾਤ ਭਰੋ। ਉਦੋਂ ਤਾਂ ਢਾਰਾ ਚੋਂਦਾ ਚੰਗਾ ਲੱਗਦਾ ਸੀ, ਬੀਤੇ ਦੀ ਦਿਲਦਾਰੀ ਨੂੰ ਇੱਕ ਦਾਦ ਵਰੋ। ਕੁਰਨਿਆਂ ਦੀ ਪਥਰੀਲੀ ਚੁੱਪ ਨੇ ਖਾ ਜਾਣਾ, ਸਾਵਾਂ ਨਾਵੇਂ ਆਲਣਿਆਂ ਦਾ ਨਾਦ ਕਰੋ। ਮਨ ਦੀ ਉਜੜੀ ਬਸਤੀ ਆਪੇ ਬਸ ਜੂਗੀ, ਬਾਪ ਦਾ ਸਖਣਾ ਕਮਰਾ ਕਦੇ ਆਬਾਦ ਕਰੋ। ਚਾਹ ਪਰਿੰਦਿਆਂ ਆਪੇ ਦੇਖੀ ਮੁੜ ਆਉਣਾ, ਰੂਹ ਨੂੰ ਪਾਕ ਪਵਿੱਤਰ ਅਤੇ ਦਿਲ ਸ਼ਾਦ ਕਰੋ। ਬਾਪ ਦੇ ਬੋਲ ਤਾਂ ਸੂਹੀ ਸੱਜਰੀ ਸਰਗੀ ਨੇ, ਸ਼ਾਮਾਂ ਸਮਝ ਕੇ ਐਵੇਂ ਨਾ ਬਰਬਾਦ ਕਰੋ, ਸ਼ਾਮਾਂ ਸਮਝ ਕੇ ਐਵੇਂ ਨਾ ਬਰਬਾਦ ਕਰੋ। ਪਿੰਡ ਵਾਲੇ ਘਰੋਂ ਬਾਹਰ ਪੈਰ ਰੱਖਦਿਆਂ ਹੀ ਅੱਖਾਂ ਵਿੱਚ ਆ ਜਾਂਦੀ ਹੈ ਬਾਪ ਨਾਲ ਬਿਤਾਏ ਹਰ ਪਲ ਦੀ ਰੁਮਕਣੀ, ਉਸ ਦੇ ਹੱਥਾਂ ਦੀ ਕੋਮਲ ਛੋਹ, ਗੱਲਾਂ ਬਾਤਾਂ ਵਿਚਲੀ ਨਿਰਛਲਤਾ, ਬੱਚਿਆਂ ਦੀ ਤਨਦੇਹੀ ਨਾਲ ਕੀਤੀ ਪਾਲਣਾ ਦਾ ਚੇਤਾ ਅਤੇ ਉਸ ਦੇ ਮੁਹਾਂਦਰੇ ਦਾ ਤੁਹਾਡੀ ਦਿੱਖ ਵਿੱਚ ਝਲਕਣਾ। ਤੁਸੀਂ ਜੋ ਕੁਝ ਵੀ ਹੁੰਦੇ ਹੋ ਉਹ ਬਾਪ ਦਾ ਹੀ ਬਿੰਬ ਹੈ। ਬਹੁਤ ਕੁਝ ਉਗੜਦਾ ਤੁਹਾਡੇ ਨਕਸ਼ਾਂ ਵਿੱਚੋਂ ਬਾਪ ਦੀ ਬਿੰਬਾਵਲੀ ਦਾ। ਕਦੇ ਮੈਂ ਇੱਕ ਕਵਿਤਾ ਵਿੱਚ ਕਿਹਾ ਸੀ
ਮੇਰਾ ਬਾਪ ਬਹੁਤ ਘੱਟ ਮੈਨੂੰ ਮਿਲਣ ਸ਼ਹਿਰ ਆਉਂਦਾ ਹੈ। ਕਦੇ ਕਦੇ ਆਉਣ ਵਾਲਾ ਮੇਰਾ ਬਾਪ ਬੂਹਾ ਖੋਲ੍ਹਣ ਤੋਂ ਡਰਦਾ ਬੈਲ ਮਾਰ ਕੇ ਉਡੀਕ ਕਰਦਾ ਹੈ ਕਿ ਹਾਊਸ ਨੰਬਰ ਬਣੇ ਘਰ ਦਾ ਗੇਟ ਕਦੋਂ ਖੁੱਲ੍ਹੇਗਾ, ਤੇ ਗੇਟ ਖੁੱਲ੍ਹਣ 'ਤੇ ਵੀ ਅੰਦਰ ਲੰਘਣ ਤੋਂ ਝਿਜਕਦਾ ਹੈ ਘਰ ਵਿੱਚ ਰੱਖੇ ਜਰਮਨ ਸ਼ੈਫਰਡ ਤੋਂ। ਅੰਦਰ ਲੰਘ ਕੇ ਮੰਜੇ 'ਤੇ ਅਲਸਾਉਣ ਵਾਲਾ ਮੇਰਾ ਬਾਪ ਸੋਫੇ ਵਿੱਚ ਸੁੰਗੜ ਜਾਂਦਾ ਹੈ, ਤੇ ਗੜਵੀ ਚਾਹ ਦੀ ਪੀਣ ਵਾਲੇ ਬਾਪ ਨੂੰ ਚਾਹ ਦਾ ਕੱਪ ਤੇ 2 ਕੁ ਬਿਸਕੁਟ ਨਿਰਾ ਮਖੌਲ ਚਾਪਦੇ ਨੇ। ਮੇਰੇ ਬੱਚਿਆਂ ਨੂੰ ਅਖਰਦਾ ਹੈ ਬਾਪ ਦਾ ਖੁਰਦਰੇ ਹੱਥਾਂ ਨਾਲ ਪਲੋਸਣਾ। ਉਹ ਦਾਦੇ ਦੀਆਂ ਗੱਲਾਂ ਦਾ ਹੁੰਗਾਰਾ ਭਰਨ ਦੀ ਬਜਾਏ ਟੀਵੀ ਤੇ ਕੰਪਿਊਟਰ ਵਿੱਚ ਖੁੱਭ ਜਾਂਦੇ ਨੇ ਤੇ ਬਾਪ ਦੀਆਂ ਬਾਤਾਂ ਮਹਿਸੂਸ ਕੇ ਰਹਿ ਜਾਂਦੀਆਂ ਨੇ। ਮੇਰੇ ਰੁਝੇਵਿਆਂ ਨੇ ਖਾ ਲਿਆ ਹੈ ਬਾਪ ਦੀਆਂ ਨਸੀਹਤਾਂ ਦਾ ਹੁੰਗਾਰਾ। ਮੱਕੀ ਦੀ ਰੋਟੀ ਤੇ ਸਾਗ ਖਾਣ ਵਾਲੇ ਬਾਪ ਨੂੰ ਜਦ ਖਾਣ ਲਈ ਪੀਜ਼ਾ ਦੇਈਏ ਤਾਂ ਉਸ ਦੀ ਭੁੱਖ ਮਰ ਜਾਂਦੀ ਹੈ। ਦਲਾਨ ਵਿੱਚ ਸਾਰੇ ਪਰਿਵਾਰ ਦੇ ਮੰਜੇ ਡਾਹ ਕੇ ਸੌਣ ਵਾਲੇ ਬਾਪੂ ਨੂੰ ਬੈੱਡਰੂਮ ਵਿੱਚ ਨੀਂਦ ਨਹੀਂ ਆਉਂਦੀ। ਸੂਰਜ ਡੁੱਬਣ ਸਾਰ ਸੌਣ ਵਾਲੇ ਬਾਪ ਦੀ ਕੱਚੀ ਨੀਂਦ ਉਖੜ ਜਾਂਦੀ ਹੈ ਜਦ ਅਸੀਂ ਅੱਧੀ ਰਾਤ ਨੂੰ ਪਾਰਟੀ ਤੋਂ ਬਾਅਦ ਘਰ ਪਰਤਦੇ ਹਾਂ। ਉਸ ਸੁੱਤੋਂ ਨੀਂਦਰਾ ਅੰਮ੍ਰਿਤ ਵੇਲੇ ਉੱਠ ਨੌਕਰ ਹੱਥੋਂ ਚਾਹ ਦਾ ਕੱਪ ਪੀ ਸਾਡੇ ਜਾਗਣ ਤੋਂ ਪਹਿਲਾਂ ਪਿੰਡ ਨੂੰ ਵਾਪਸ ਪਰਤ ਜਾਂਦਾ ਹੈ। ਅਕਸਰ ਹੀ ਮੇਰਾ ਬਾਪ ਬਹੁਤ ਘੱਟ ਮੈਨੂੰ ਮਿਲਣ ਸ਼ਹਿਰ ਆਉਂਦਾ ਹੈ, ਪਰ ਹੁਣ ਤੱਕ ਘੱਟ ਆਉਣ ਵਾਲੇ ਬਾਪ ਨੇ ਮੈਨੂੰ ਮਿਲਣ ਕਦੇ ਵੀ ਸ਼ਹਿਰ ਨਹੀਂ ਆਉਣਾ। ਸਿਰਫ ਆਵੇਗੀ ਤਾਂ ਉਹਨਾਂ ਦੀ ਯਾਦ ਜੋ ਸੀਮ ਅਸੀਸਾਂ ਦਾ ਸੰਧਾਰਾ ਮੇਰੀ ਝੋਲੀ ਵਿੱਚ ਧਰਿਆ ਕਰੇਗੀ ਤੇ ਮੈਨੂੰ ਜਿਉਣ ਜੋਗਾ ਕਰਿਆ ਕਰੇਗੀ। 9 ਸਾਲ ਪਹਿਲਾਂ ਜਦ ਮੇਰੀ ਮਾਤਾ ਸਦੀਵੀ ਵਿਛੋੜਾ ਦੇਗੀ ਤਾਂ ਬਾਪ ਅੰਦਰੋਂ ਟੁੱਕ ਕੇ ਵੀ ਬਾਹਰੋਂ ਸਬੂਤਾ ਹੋਣ ਦਾ ਧਰਮ ਪਾਲਦਾ ਰਿਹਾ। ਮਾਂ ਦੀ ਮੌਤ ਤੋਂ ਬਾਅਦ ਜਦ ਪਹਿਲੀ ਵਾਰ ਪਿੰਡ ਗਿਆ ਤਾਂ ਇੱਕ ਨਿੱਕੀ ਜਿਹੀ ਘਟਨਾ ਮੇਰੇ ਅਰਥਾਂ ਦਾ ਸੁਨੇਹਾ ਮੇਰੀ ਕਵਿਤਾ ਵਿੱਚ ਤਰ ਗਈ। ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪਿੰਡ ਆਇਆ ਹਾਂ। ਘਰ ਦੇ ਸਾਰੇ ਜੀ ਪੀਰ ਦੀ ਦਰਗਾਹ 'ਤੇ ਗਏ ਹੋਏ ਨੇ। ਮੈਂ ਘਰ 'ਚ ਇਕੱਲਾ ਹਾਂ, ਸਿਮਰਤੀਆਂ ਵਿੱਚ ਗੁਆਚ ਜਾਂਦਾ ਹਾਂ। ਮਾਂ ਦਾ ਉਚੇਚ ਨਾਲ ਪਿੰਡ ਆਉਣ ਲਈ ਕਹਿਣਾ, ਸਵੇਰ ਤੋਂ ਹੀ ਦਰਾਂ ਦੀ ਬਿੜਕ ਲੈਣਾ ਤੇ ਦੇਰ ਨਾਲ ਆਉਣ 'ਤੇ ਨਿਹੋਰਾ ਦਿੰਦਿਆਂ ਕਲਾਵੇ ਵਿੱਚ ਲੈ ਅਸੀਸਾਂ ਦੀ ਝੜੀ ਲਾਉਣਾ ਦੀਆਂ ਯਾਦਾਂ ਮੇਰੀ ਉਦਾਸੀ ਨੂੰ ਹੋਰ ਸੰਘਣਾ ਕਰ ਅੱਖਾਂ ਨਮ ਕਰ ਜਾਂਦੀਆਂ ਹਨ। ਪੈਰਾਂ ਦੀ ਬਿੜਕ ਮੇਰੀ ਨਮ ਚੁੱਪ ਨੂੰ ਤੋੜਦੀ ਹੈ। ਨੰਗੇ ਪੈਰੀਂ ਘਰ ਵੜਦਾ ਬਾਪ ਬੋਝੇ 'ਚੋਂ ਅੰਬ ਕੱਢ ਮੈਨੂੰ ਦਿੰਦਿਆਂ ਕਹਿੰਦਾ ਹੈ, ਮੈਨੂੰ ਪਤਾ ਸੀ ਤੂੰ ਆਇਆ ਹੋਵੇਂਗਾ, ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ। ਅੱਜ ਇੱਕ ਪੱਕਾ ਅੰਬ ਲੱਭਾ ਸੀ, ਲੈ ਫੜ ਚੂਪ ਲੈ। ਅਤੇ ਬਾਪ ਦੇ ਚੁਰੜੀਆਂ ਭਰੇ ਕੰਮ ਦੇ ਹੱਥ 'ਚੋਂ ਅੰਬ ਲੈਂਦਿਆਂ ਸੋਚਦਾ ਹਾਂ, ਮਾਂ ਦੀ ਮੌਤ ਤੋਂ ਬਾਅਦ ਬਾਪ ਮਾਂ ਵੀ ਬਣ ਗਿਆ ਹੈ। ਹੁਣ ਬਾਪ ਦੀ ਮੌਤ ਤੋਂ ਬਾਅਦ ਕਿਸੇ ਨੇ ਨਹੀਂ ਬਣਨਾ ਮਾਂ। ਹੁਣ ਤਾਂ ਉਸਦੇ ਸਤੀਵੀਂ ਵਿਛੋੜੇ ਨੂੰ ਸਵੀਕਾਰਨ ਦੇ ਨਾਲ ਨਾਲ ਉਸ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਉਸੇ ਤਰਜੀਹ ਤਮੰਨਾ ਤੇ ਤਾਬਿਆਦਾਰੀ ਨਾਲ ਨਿਭਾਉਣਾ ਪੈਣਾ ਹੈ ਜੋ ਕਦੇ ਬਾਪ ਦੇ ਬਾਪ ਨੇ ਮੇਰੇ ਬਾਪ ਨੂੰ ਦਿੱਤੀਆਂ ਸਨ। ਇਹੀ ਤਾਂ ਕੁਦਰਤ ਦਾ ਅਸੂਲ ਹੈ ਤੇ ਇਸ ਨਿਰੰਤਰਤਾ ਨੇ ਸਦਾ ਬਰਕਰਾਰ ਰਹਿਣਾ ਹੈ। ਪਰਦੇਸ ਨੂੰ ਵਾਪਸ ਪਰਤਣ ਲਈ ਤਿਆਰ ਹਾਂ। ਦਰਦ ਦਾ ਪਿੰਜਾ ਕਿਸੇ ਰਾਹਤ ਦੀ ਭਾਲ ਵਿੱਚ 2.5 ਮਹੀਨੇ ਤੀਕ ਆਪਣੇ ਪਿੰਡ ਦੀਆਂ ਜੂਹਾਂ ਫਰੋਲਦਾ ਰਿਹਾ, ਜਿਸ ਵਿੱਚ ਬਾਪ ਦੇ ਕਦਮਾਂ ਦੀ ਤਾਲ ਤਾਂ ਉਮਰ ਧੜਕਦੀ ਰਹੀ। ਅੱਖਾਂ ਵਿੱਚ ਹੰਝੂਆਂ ਦੀ ਨੈ, ਸੋਚਾਂ ਵਿੱਚ ਗਮ ਦੀਆਂ ਘੁੰਮਣ ਘੇਰੀਆਂ ਤੇ ਕਦਮਾਂ ਵਿੱਚ ਪਰਦੇਸ ਨੂੰ ਵਾਪਸ ਪਰਤਣ ਦਾ ਚਾਅ ਨਹੀਂ ਸੀ। ਭੈਣ ਭਰਾ ਤੋਰਨ ਆਏ ਨੇ, ਪਰ ਕਿਧਰੇ ਨਜ਼ਰ ਨਹੀਂ ਆਉਂਦਾ ਬਾਪ। ਉਸ ਦੇ ਨੈਣਾਂ ਵਿੱਚ ਤਰਦਾ ਹੁਲਾਸ, ਸਿਰ 'ਤੇ ਸੀਸਾਂ ਦਿੰਦੇ ਹੱਥਾਂ ਵਿਚਲੀ ਨਿਰਛਲਤਾ, ਉਸ ਦੇ ਬੋਲਾਂ ਵਿੱਚ ਜਲਦੀ ਵਾਪਸ ਆਉਣ ਦਾ ਦਾਈਆ, ਉਸ ਦੀ ਤੱਕਣੀ ਵਿੱਚ ਬੱਚਿਆਂ ਦੀ ਸੁਪਨ ਪੂਰਤੀ ਕਾਰਨ ਛਲਕਦਾ ਅਹਿਸਾਸ, ਪਰਦੇਸ ਵਸਦੇ ਬੱਚਿਆਂ ਦੀ ਤੰਦਰੁਸਤੀ ਤੇ ਕਾਮਯਾਬੀ ਦੀਆਂ ਬੁਲੰਦੀਆਂ ਛੂਹਣ ਦੀ ਚਾਹਨਾ ਅਤੇ ਮਿਲਣ ਵਾਲੀਆਂ ਦੁਆਵਾਂ ਦੀਆਂ ਬਰਕਤਾਂ। ਮੇਰੇ ਦੁਆਰੇ ਫੈਲਣ ਵਾਲੇ ਚਾਨਣ ਦੇ ਦਾਇਰੇ ਦੀ ਗੈਰ ਹਾਜ਼ਰੀ ਬਹੁਤ ਰੜਕਦੀ ਹੈ। ਸੋਚਦਾ ਹਾਂ, ਇਸ ਤਰ੍ਹਾਂ ਤਾਂ ਮੈਂ ਕਦੇ ਵੀ ਵਿਦੇਸ਼ ਨੂੰ ਨਹੀਂ ਸੀ ਪਰਤਿਆ। ਸਦਾ ਬਾਪ ਦੀ ਬੁੱਕਲ ਦਾ ਨਿੱਘ ਤੇ ਸਕੂਨ ਦੀਆਂ ਝੋਲੀਆਂ ਭਰ ਕੇ ਨਾਲ ਆਉਣ ਵਾਲਾ ਵਜੂਦ ਇਸ ਘਾਟ ਨੂੰ ਮਹਿਸੂਸ ਕਰਦਾ ਹੈ। ਬਾਪ ਨੂੰ ਸਦੀਵੀ ਯਾਤਰਾ 'ਤੇ ਤੋਰਨ ਅਤੇ ਉਸ ਦੇ ਕਦੇ ਵੀ ਵਾਪਸ ਨਾ ਪਰਤਣ ਦੀ ਰਾਹ 'ਤੇ ਤੋਰਨ ਤੋਂ ਬਾਅਦ ਜਦੋਂ ਘਰੋਂ ਪਰਦੇਸ ਨੂੰ ਤੁਰਨ ਲੱਗਿਆ ਤਾਂ ਮਨ ਵਿੱਚ ਆਇਆ ਕਿ ਹੁਣ ਕਿਸੇ ਨੇ ਨਹੀਂ ਛੇਤੀ ਛੇਤੀ ਫੋਨ ਨਾ ਕਰਨ 'ਤੇ ਦਬਕਾ ਮਾਰਨਾ, ਜਲਦੀ ਪਿੰਡ ਆਉਣ ਲਈ ਤਾਕੀਦ ਕਰਨਾ ਅਤੇ ਫੋਨ ਕਰਦਿਆਂ ਆਰ ਪਰਿਵਾਰ ਅਤੇ ਪੋਤਰੀ ਦੇ ਬੱਚਿਆਂ ਨੂੰ ਸੀਸਾਂ ਦਿੰਦਿਆਂ ਅਕਸਰ ਰਿਸੀਵਰ ਵਿੱਚ ਹੌਂਕਾ ਧਰਨਾ। ਸੋਚਦਾ ਰਿਹਾ ਕਿ ਹੁਣ ਕਿਸੇ ਨੇ ਨਹੀਂ ਪਿੰਡ ਆਉਣ ਨੂੰ ਕਹਿਣਾ। ਪਿੰਡ ਨੇ ਹੋ ਜਾਣਾ ਬੇਗਾਨਾ, ਕਿਉਂਕਿ ਮਾਪਿਆਂ ਦੀ ਹਾਜ਼ਰੀ ਹੀ ਤੁਹਾਨੂੰ ਪਿੰਡ ਨੂੰ ਨਤਮਸਤਕ ਹੋਣ ਲਈ ਉਤੇਜਿਤ ਕਰਦੀ। ਮਾਪਿਆਂ ਤੋਂ ਬਗੈਰ ਸਿਰਫ ਘਰਾਂ ਦੀ ਚੁੱਪ, ਦਰਾਂ ਨੂੰ ਲੱਗੇ ਜਿੰਦਰੇ ਅਤੇ ਖਲਾਅ ਹੀ ਤੁਹਾਡੀ ਉਡੀਕ ਕਰਦਾ ਹੈ।
ਰਿਸ਼ਤਿਆਂ ਦਾ ਕੇਂਦਰ ਬਿੰਦੂ ਤੁਰ ਜਾਣ 'ਤੇ ਖਤਮ ਹੋ ਜਾਂਦੀ। ਰਿਸ਼ਤਿਆਂ ਵਿਚਲੀ ਤੜਪ, ਨਿੱਘ, ਆਪਣਤ ਅਤੇ ਇੱਕ ਦੂਜੇ ਦੇ ਸਦਕੇ ਜਾਣ ਦੀ ਔਹਤ। ਮਾਪਿਆਂ ਤੋਂ ਬਾਅਦ ਤਾਂ ਭੈਣ ਭਰਾ ਕਿੰਨੇ ਵੀ ਚੰਗੇ ਹੋਣ, ਛੋਟੇ ਜਿਹੇ ਨਿੱਜ ਪਿੱਛੇ ਸ਼ਰੀਕ ਬਣਦਿਆਂ ਦੇਰ ਨਹੀਂ ਲੱਗਦੀ। ਘਰ ਦੀਆਂ ਕੰਧਾਂ ਦੇ ਲੱਥਣੇ ਸ਼ੁਰੂ ਹੋ ਜਾਂਦੇ ਲਿਓੜ, ਤੇ ਇਹਨਾਂ ਦੀ ਜ਼ਰਜ਼ਰੀ ਹੋਂਦ ਪਰਿਵਾਰਕ ਬਿਖਰਾ ਦੀ ਜਾਮਨ ਬਣਦੀ। ਸਬੰਧਾਂ ਦਾ ਮਰਨਾ ਵੀ ਅਜਿਹਾ ਹੋਣਾ ਕਿ ਤੁਸੀਂ ਰੋ ਵੀ ਨਹੀਂ ਸਕਣਾ, ਕਿਸੇ ਨੂੰ ਦੱਸ ਵੀ ਨਹੀਂ ਸਕਣਾ, ਕਿਉਂਕਿ ਬਹੁਤ ਔਖਾ ਹੁੰਦਾ ਹੈ ਕਾਲਖ ਨੂੰ ਉਛਾਲਣਾ ਤੇ ਆਪਣੇ ਹੀ ਸਮਾਜਿਕ ਬਿੰਬ ਨੂੰ ਕਲੰਕਿਤ ਕਰਨਾ। ਮਨ ਵਿੱਚ ਆਉਂਦਾ ਕਿ ਕਿੰਨਾ ਅੰਤਰ ਹੈ ਇਸ ਵਾਰ ਪਿੰਡ ਨੂੰ ਆਉਣ ਅਤੇ ਪਿੰਡ ਤੋਂ ਵਾਪਸ ਪਰਤਣ ਵਿੱਚ। ਆਉਂਦੇ ਸਮੇਂ ਤਾਂ ਮਨ ਵਿੱਚ ਇੱਕ ਆਸ ਸੀ ਬਾਪ ਦੇ ਠੀਕ ਹੋਣ ਦੀ, ਉਸ ਨੂੰ ਮਿਲਣ ਦੀ, ਗੱਲਾਂ ਕਰਨ ਦੀ ਅਤੇ ਉਸ ਦੀ ਸਿਹਤਯਾਬੀ ਵਿੱਚੋਂ ਹੀ ਆਪਣੇ ਆਉਣ ਦੀ ਧਨ ਭਾਗਤਾ ਨੂੰ ਸਿਰਜਣ ਦੀ। ਪਰ ਬਾਪ ਦਾ ਸਦੀਵੀ ਸਫ਼ਰ 'ਤੇ ਜਾਣ ਤੋਂ ਪਹਿਲਾਂ ਹੀ ਚੁੱਪ ਸਾਧਨਾ ਵਿੱਚ ਡੁੱਬ ਜਾਣਾ ਮੇਰੀਆਂ ਭਾਵਨਾਵਾਂ ਨੂੰ ਅਵਾਕ ਕਰ ਗਿਆ। ਹੁਣ ਦਿਲ ਵਿੱਚ ਇੱਕ ਖਾਲੀਪਨ ਲੈ ਕੇ ਵਾਪਸ ਪਰਤ ਰਹੇ ਹਾਂ, ਜਿਸ ਨੇ ਕਦੇ ਨਹੀਂ ਭਰਨਾ। ਸਿਰਫ ਬਾਪ ਦੀਆਂ ਸਿਆਣਪਮਈ, ਨਿੱਘੀਆਂ, ਮਿੱਠੀਆਂ ਤੇ ਸਦਾ ਸਜੀਲੀਆਂ ਯਾਦਾਂ ਦਾ ਕਾਫਲਾ ਅੰਗ ਸੰਗ ਰਹੇਗਾ ਅਤੇ ਇਸ ਵਿੱਚੋਂ ਹੀ ਸਬਰ, ਸਕੂਨ, ਸਦਭਾਵਨਾ ਤੇ ਸਮਰਿੱਧੀ ਨੂੰ ਆਪਣੀ ਚੇਤਨਾ ਦੇ ਨਾਮ ਕਰਕੇ ਜ਼ਿੰਦਗੀ ਨੂੰ ਸੁੱਚੀਆਂ ਤਰਜੀਹਾਂ ਬੰਨੀ ਸਿੱਧਤ ਕਰਦਾ ਰਹਾਂਗਾ। ਕਪੂਰਥਲੇ ਵਿਚਲੇ ਆਪਣੇ ਘਰ ਨੂੰ ਖੁੱਲ੍ਹਾ ਛੱਡ ਕੇ ਦਰੋਂ ਬਾਹਰ ਪੈਰ ਰੱਖਦਿਆਂ ਆਪਣੇ ਹੰਝੂਆਂ ਨੂੰ ਭੈਣ ਭਰਾਵਾਂ ਤੋਂ ਲੁਕੋ ਪ੍ਰਵਾਸੀ ਧਰਤੀ ਨੂੰ ਤੁਰ ਪੈਂਦਾ ਹਾਂ, ਕਿਉਂਕਿ ਦਰਾਂ ਤੇ ਉਕਰੀ ਉਸ ਖਾਮੋਸ਼ੀ ਨੂੰ ਮੁਖਾਤਬ ਹੋਣ ਤੋਂ ਡਰਦਾ ਹਾਂ। ਹੁਣ ਤਾਂ ਘਰ ਨੂੰ ਲੱਗਿਆ ਜਿੰਦਰਾ ਹੀ ਉਡੀਕ ਕਰੇਗਾ ਆਸਾਂ ਪਰਦੇਸੀਆਂ ਦੀ। ਬਾਪ ਦੇ ਤੁਰ ਜਾਣ ਤੋਂ ਬਾਅਦ ਪਿੰਡ ਵੀ ਛੁੱਟ ਗਿਆ ਅਤੇ ਰਿਸ਼ਤੇ ਵੀ ਖੁਰ ਗਏ। ਬਾਪ ਬਿਨਾਂ ਹੁਣ ਪੁੱਤ ਕਿਸੇ ਨਹੀਂ ਕਹਿਣਾ ਅਤੇ ਕਿਹਨੇ ਪੁੱਛਣਾ, ਤੂੰ ਪਿੰਡ ਹੀ ਨਹੀਂ ਆਉਂਦਾ। ਧੰਨਵਾਦ।